ਸੋ ਇਹ ਕਦੇ ਨਹੀਂ ਹੋਇਆ ਕਿ ਕੋਈ ਇੱਥੋਂ ਜਹਾਜ਼ 'ਤੇ ਉਤਰਿਆ ਅਤੇ ਏਅਰਪੋਰਟ 'ਤੇ ਹੀ ਉਹਨੂੰ ਗੈਂਗ ਰਿਕਰੂਟਿੰਗ ਕਰ ਲਈ ਗਈ ਉਹਦੀ, ਅਤੇ ਉਸ ਤੋਂ ਬਾਅਦ ਉਹ ਡਰੱਗ ਵੇਚਣ ਲੱਗ ਪਿਆ। ਸਾਨੂੰ ਪਹਿਲੀ ਸਾਡਾ ਬੱਚਾ ਦਿਮਾਗ 'ਚ ਆਉਂਦਾ ਕਿ ਲੋਕ ਕੀ ਕਹਿਣਗੇ। ਕਈ ਵਾਰ ਮਾਪਿਆਂ ਨੂੰ ਪਤਾ ਹੁੰਦਾ ਸੀ ਵੀ ਸਾਡਾ ਬੱਚਾ ਜਿਹੜਾ ਗੈਂਗਸ ਦੇ ਵਿੱਚ ਲੱਗਿਆ ਹੋਇਆ, ਵੇਚਣ 'ਚ ਲੱਗਿਆ ਹੋਇਆ, ਪਰ ਹਮੇਸ਼ਾ ਜਿਹੜੀ ਵਿਲਫੁਲ ਬਲਾਈਂਡਨੈਸ ਹੈਗੀ ਹੈ ਕਿ ਨਹੀਂ, ਸਾਨੂੰ ਤਾਂ ਪਤਾ ਨਹੀਂ ਸੀ। ਆਪਣਿਆਂ ਨੂੰ ਖਾ ਰਹੇ ਕਈ ਵਾਰ। ਇੱਥੋਂ ਦੇ ਜਿਹੜੇ ਲੋਕਲ ਗੈਂਗਸਟਰ ਹੈਗੇ ਆ ਜਾਂ ਡਰੱਗ ਟਰੈਫਿਕਰ ਹੈਗੇ ਆ, ਤਸਕਰੀ ਜਿਹੜੇ ਕਰਦੇ ਆ, ਉਹ ਆਈਡੈਂਟੀਫਾਈ ਕਰ ਲੈਂਦੇ ਆ। ਤੂੰ ਪਹਿਲਾਂ ਥੋੜ੍ਹੀ ਜਿਹੀ ਖਾ, ਥੋੜ੍ਹੀ ਫ੍ਰੀ ਦਿੱਤੀ, ਫਿਰ ਉਹਨੂੰ ਯੂਜ਼ ਟੂ ਕਰਤਾ। ਕੁੜੀਆਂ ਵੀ ਓਨੀਆਂ ਹੀ ਸ਼ਾਮਲ ਹੈ, ਕੱਲੀਆਂ ਇੰਟਾਈਸ ਨਹੀਂ ਹੁੰਦੀਆਂ, ਐਕਟਿਵਲੀ ਇਨਵੋਲਵਡ ਹੈਗੀਆਂ ਡਰੱਗ ਟਰੈਫਿਕਿੰਗ ਦੇ ਵਿੱਚ। ਪਰ ਕਰਜ਼ਾ ਚੱਕ ਕੇ 70,000 ਦੀ ਗੱਡੀ ਲੈਣੀ, ਅਗੇਨ ਆਮ ਨਾਟ ਅ ਸੋਸ਼ਲ ਪੁਲਿਸ। ਪਹਿਲੀ ਚੀਜ਼ ਤਾਂ ਇਹ ਦੱਸੋ, ਏਅਰਪੋਰਟ 'ਤੇ ਆਉਂਦੇ ਸਾਰੀ ਇੱਦਾਂ ਦੀ ਕਿਹੜੀ ਜੜੀ ਬੂਟੀ ਇਹਨਾਂ ਨੂੰ ਸੁੰਘਾ ਦਿੱਤੀ ਜਾਂਦੀ ਆ ਕਿ ਇਹ ਰਾਹ ਜਿਹੜਾ ਆ, ਇੱਕ ਸੁਪਨੇ ਵਾਲਾ ਰਾਹ ਜਿਹੜਾ ਇਹਨਾਂ ਨੇ ਚੁਣਨਾ ਹੁੰਦਾ, ਉਹ ਬਦਲ ਕੇ ਕਿਸੇ ਹੋਰ ਰਾਹ ਪੈ ਜਾਂਦੇ ਨੇ, ਜਾਂ ਪੈਂਦੇ ਵੀ ਨੇ, ਜਾਂ ਮੇਰਾ ਕਹਿਣਾ ਇੱਕ ਹਵਾ 'ਚ ਗੱਲ। ਤੁਸੀਂ ਗੱਲ ਕੀਤੀ ਕਿ ਕੀ ਏਅਰਪੋਰਟ 'ਤੇ ਕੋਈ ਇਹਨਾਂ ਨੂੰ ਇਹੋ ਜਿਹੀ ਚੀਜ਼ ਦਿੱਤੀ ਜਾਂਦੀ ਹੈ। ਨਥਿੰਗ ਹੈਪਨਸ ਓਵਰਨਾਈਟ। ਇਹ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਕਿ ਚਾਹੇ ਉਹ ਗੈਂਗਸ ਦਾ ਮੁੱਦਾ ਹੋਵੇ, ਚਾਹੇ ਡਰੱਗ ਐਡਿਕਸ਼ਨ ਦਾ, ਚਾਹੇ ਡਰੱਗ ਟਰੈਫਿਕਿੰਗ ਦਾ, ਇਹ ਇੱਕ ਦਿਨ 'ਚ ਨਹੀਂ ਹੁੰਦਾ। ਸੋ ਇਹ ਕਦੇ ਨਹੀਂ ਹੋਇਆ ਕਿ ਕੋਈ ਇੱਥੋਂ ਜਹਾਜ਼ 'ਤੇ ਉਤਰਿਆ ਅਤੇ ਏਅਰਪੋਰਟ 'ਤੇ ਹੀ ਉਹਨੂੰ ਗੈਂਗ ਰਿਕਰੂਟਿੰਗ ਕਰ ਲਈ ਗਈ ਉਹਦੀ, ਅਤੇ ਉਸ ਤੋਂ ਬਾਅਦ ਉਹ ਡਰੱਗ ਵੇਚਣ ਲੱਗ ਪਿਆ। ਇਹਦੀਆਂ ਬਹੁਤ ਸਾਰੀਆਂ ਲੇਅਰਸ ਆ। ਜਿਵੇਂ ਆਪਾਂ ਕਹਿੰਦੇ ਨਾ ਕਿ ਗੰਢਾ ਛਿੱਲਣ ਲੱਗੇ, ਇਕੱਲੀ ਇਕੱਲੀ ਲੇਅਰ ਉਹਦੀ ਨਿਕਲਦੀ ਹੈ, ਪਰ ਅੰਦਰੋਂ ਸਟੋਰੀ ਕੀ ਨਿਕਲਣੀ ਆ, ਇਟਸ ਆਲਵੇਜ਼ ਡਿਫਰੈਂਟ। ਚਾਹੇ ਉਹ ਪੰਜਾਬ ਦਾ ਕੋਈ ਗੈਂਗਸਟਰ ਹੋਵੇ, ਚਾਹੇ ਕੈਨੇਡਾ ਦੇ ਵਿੱਚ ਉਹ ਇੱਥੇ ਤਸਕਰੀ ਕਰਦਾ ਹੋਵੇ, ਵੀ ਹੈਵ ਟੂ ਲੁੱਕ ਐਟ ਦ ਰੀਜ਼ਨਸ ਬਨੀਥ ਦ ਸਰਫੇਸ। ਸੋ ਉਹਦੇ ਬਾਰੇ ਆਪਾਂ ਜੇ ਗੱਲ ਕਰੀਏ ਤਾਂ ਸ਼ਾਇਦ ਆਪਾਂ ਉਸ ਤਹਿ ਤੱਕ ਪਹੁੰਚ ਸਕਾਂਗੇ ਕਿ ਕਿਉਂ ਜਾ ਰਹੇ ਇੱਧਰ ਨੂੰ। ਜੀ ਬਿਲਕੁਲ। ਸਚਿਨ, ਤੁਸੀਂ ਗੱਲ ਕੀਤੀ ਕਿ ਕਿਉਂ ਜਾ ਰਹੇ ਉੱਧਰ ਨੂੰ, ਇਹ ਗੱਲ ਇਹ, ਅਤੇ ਨਾਲੇ ਏਅਰਪੋਰਟ 'ਤੇ ਕੁਛ ਨਹੀਂ ਹੁੰਦਾ, ਇਹ ਓਵਰ ਟਾਈਮ ਜਿਹੜਾ ਹੈ ਚੀਜ਼ਾਂ ਚੱਲਦੀਆਂ ਨੇ। ਹੁਣ ਇਸ ਵੇਲੇ ਪੰਜਾਬ ਤੋਂ ਆਏ ਬਹੁਤ ਸਾਰੇ ਸਟੂਡੈਂਟਸ ਦੀਆਂ ਮੌਤਾਂ ਦੀ ਖਬਰ ਜਿਹੜੀ ਅਸੀਂ ਸੁਣਦੇ ਹਾਂ, ਉਹਦੇ 'ਚ ਬੜੇ ਕਈ ਵਾਰ ਹਲਕੇ ਲਫ਼ਜ਼ਾਂ 'ਚ ਨਾ ਹੇਠਾਂ ਲਿਖ ਦਿੱਤਾ ਜਾਂਦਾ ਹੈ ਵੀ ਸੁੱਤਾ ਰਹਿ ਗਿਆ, ਸੁੱਤੀ ਰਹਿ ਗਈ, ਜਾਂ ਟੈਨਸ਼ਨ ਸੀ, ਸਟ੍ਰੈਸ ਹੋ ਗਿਆ, ਜਾਂ ਹਾਰਟ ਅਟੈਕ ਹੋ ਗਿਆ, ਅੱਜ ਕੱਲ੍ਹ ਆ ਵੀ ਹੋ ਗਿਆ, ਸੁਸਾਈਡ ਕਰ ਲਿਆ। ਹੁਣ ਤੁਸੀਂ ਆਪਣੀ ਸਰਵਿਸ 'ਚ ਵੇਖਿਆ ਆ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਵੀ ਜਾਣਦੇ ਹੋ। ਇਹ ਜਿਹੜੀਆਂ ਰੀਡ ਬਿਟਵੀਨ ਦ ਲਾਈਨਸ ਹੈ, ਉਹਦੇ 'ਚੋਂ ਕਹਾਣੀ ਜਿਹੜੀ ਹੈ ਕੁਛ ਹੋਰ ਨਿਕਲ ਕੇ ਆਉਂਦੀ ਹੈ। ਪੰਜਾਬ 'ਚ ਬੈਠੇ ਇਸ ਵੇਲੇ ਲੋਕ ਇਹ ਸੋਚ ਰਹੇ ਨੇ ਵੀ ਕੀ ਕੈਨੇਡਾ 'ਚ ਜਾਂਦੇ ਸਾਰੀ ਮੌਸਮ ਇੱਦਾਂ ਖਰਾਬ ਹੁੰਦਾ ਵੀ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ। ਸਾਨੂੰ ਪਹਿਲੀ ਸਵਾਲ ਸਾਡੇ ਦਿਮਾਗ 'ਚ ਆਉਂਦਾ ਕਿ ਲੋਕ ਕੀ ਕਹਿਣਗੇ, ਔਰ ਇਹ ਕੰਸਿਸਟੈਂਟ ਥੀਮ ਦੇਖਣ ਨੂੰ ਮਿਲਦਾ। ਡਰੱਗ ਐਡਿਕਸ਼ਨ 'ਚ ਮਿਲ ਰਿਹਾ, ਔਰ ਪਹਿਲਾਂ ਮੈਂ ਇਹ ਗੈਂਗ ਰਿਕਰੂਟਿੰਗ ਦੇ ਵਿੱਚ ਦੇਖ ਰਿਹਾ ਸੀਗਾ, ਜਾਂ ਡਰੱਗ ਤਸਕਰੀ ਦੇ ਵਿੱਚ ਵੀ ਦੇਖ ਰਿਹਾ ਸੀ। ਕਈ ਵਾਰ ਮਾਪਿਆਂ ਨੂੰ ਪਤਾ ਹੁੰਦਾ ਸੀ ਵੀ ਸਾਡਾ ਬੱਚਾ ਜਿਹੜਾ ਗੈਂਗਸ ਦੇ ਵਿੱਚ ਲੱਗਿਆ ਹੋਇਆ, ਵੇਚਣ 'ਚ ਲੱਗਿਆ ਹੋਇਆ, ਪਰ ਹਮੇਸ਼ਾ ਜਿਹੜੀ ਵਿਲਫੁਲ ਬਲਾਈਂਡਨੈਸ ਹੈਗੀ ਹੈ ਕਿ ਨਹੀਂ, ਸਾਨੂੰ ਤਾਂ ਪਤਾ ਨਹੀਂ ਸੀ। ਸੋ ਜਦੋਂ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ, ਪੁਲਿਸ ਨੇ ਸਟੇਟਮੈਂਟ ਜਾਰੀ ਕਰਨੀ ਕਿ ਨੋਨ ਟੂ ਪੁਲਿਸ, ਸਾਨੂੰ ਇਹਦੀਆਂ ਗਤੀਵਿਧੀਆਂ ਬਾਰੇ ਪਹਿਲਾਂ ਪਤਾ ਸੀ, ਔਰ ਪੇਰੈਂਟਸ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਸੀਗਾ ਕਿ ਨਹੀਂ, ਸਾਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਲੱਗਿਆ। ਸੋ ਕਿਤੇ ਨਾ ਕਿਤੇ ਸੱਚਾਈ ਜਿਹੜੀ ਉਹ ਇਨ ਬਿਟਵੀਨ ਹੁੰਦੀ ਆ। ਸੋ ਹੁਣ ਵੀ ਮੈਨੂੰ ਇਹੀ ਲੱਗ ਰਿਹਾ ਕਿ ਜਿਨ੍ਹਾਂ ਦੀਆਂ ਕਈ ਵਾਰ ਮੌਤਾਂ ਡਰੱਗ ਓਵਰਡੋਜ਼ ਨਾਲ ਹੋ ਜਾਂਦੀਆਂ, ਉਹ ਸਟਿਗਮਾ ਉਹਨਾਂ ਨੂੰ ਪਿੱਛੇ ਖਿੱਚ ਲੈਂਦਾ ਕਿ ਅਸੀਂ ਸਪੋਰਟ ਲੈਣ ਦੀ ਬਜਾਏ ਉਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਟਿਗਮਾ ਤੋਂ ਸਾਨੂੰ ਬਾਹਰ ਨਿਕਲਣਾ ਪੈਣਾ। ਇਹ ਟੈਬੂ ਬਣਾ ਦਿੱਤੀਆਂ ਗੱਲਾਂ, ਡਿਨਰ ਟੇਬਲ 'ਤੇ ਅਸੀਂ ਗੱਲ ਨਹੀਂ ਕਰਦੇ। ਔਰ ਬੜੀ ਇੱਕ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬੜੇ ਵਧੀਆ ਸੁਪਨੇ ਸਾਕਾਰ ਕਰਨ ਲਈ ਇੱਥੇ ਭੇਜ ਰਹੇ ਹਾਂ, ਪਰ ਕਿਸ ਕਿਸਮ ਦੇ ਟੂਲ ਦੇ ਕੇ ਭੇਜ ਰਹੇ ਹਾਂ, ਉਹ ਚੀਜ਼ ਮਿਸਿੰਗ ਹੈਗੀ ਆ। ਔਰ ਇਹਨੂੰ ਮੈਂ ਜੇ ਬਹੁਤ ਸਿੰਪਲ ਤਰੀਕੇ ਨਾਲ ਦੱਸਣਾ ਹੋਵੇ, ਜੇ ਤੁਹਾਡੇ ਘਰੇ ਤੁਸੀਂ ਕਿਸੇ ਇਲੈਕਟ੍ਰੀਸ਼ੀਅਨ ਨੂੰ ਸੱਦਿਆ ਕੋਈ ਜੋਬ ਕਰਨ ਲਈ, ਉਹ ਆਪਣੀ ਟੂਲ ਬੈਲਟ ਨਾਲ ਲੈ ਕੇ ਆਵੇ, ਸਕਰੂ ਡਰਾਈਵਰ ਨਾਲ ਲੈ ਕੇ ਆਵੇ, ਜਾਂ ਜੋ ਉਹਨੂੰ ਚੀਜ਼ਾਂ ਚਾਹੀਦੀਆਂ ਉਹ ਨਾਲ ਲੈ ਕੇ ਆਵੇ, ਮੈਨੂੰ ਨਹੀਂ ਲੱਗਦਾ ਕਿ ਉਹ ਇਫੈਕਟਿਵਲੀ ਆਪਣੀ ਜੋਬ ਕਰ ਸਕਦਾ। ਸੋ ਇੱਥੇ ਆਪਾਂ ਕੱਚੀ ਉਮਰ 'ਚ 17, 18, 19 ਸਾਲ ਦੇ ਬੱਚਿਆਂ ਨੂੰ ਇੱਥੇ ਇੱਕ ਵੱਖਰੀ ਕੰਟਰੀ ਦੇ ਵਿੱਚ ਭੇਜ ਰਹੇ ਹਾਂ, ਬਿਨਾਂ ਕਿਸੇ ਸਪੋਰਟ ਸਿਸਟਮ ਦੇ, ਬਿਨਾਂ ਕਿਸੇ ਐਜੂਕੇਸ਼ਨ ਅਵੇਅਰਨੈਸ ਦੇ ਵੀ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਹੈ ਅਤੇ ਕਿਵੇਂ ਉਹਨਾਂ ਹਾਲਾਤਾਂ ਤੋਂ ਬਚਣਾ, ਜਾਂ ਉਸ ਕਮਿਊਨਿਟੀ ਦੇ ਵਿੱਚ ਕਿਵੇਂ ਇੰਟੀਗ੍ਰੇਟ ਕਰਨਾ ਆਪਣੇ ਆਪ ਨੂੰ। ਸੋ ਨੈਚੁਰਲੀ ਉਹ ਬੱਚੇ ਇੱਥੇ ਆ ਕੇ ਬਹੁਤ ਕਨਫਿਊਜ਼ ਹੁੰਦੇ ਆ, ਐਂਡ ਦੇ ਗੈਟ ਡਿਪੈਂਡੈਂਟ, ਜੋ ਇੱਥੋਂ ਦੀ ਕਮਿਊਨਿਟੀ 'ਤੇ ਡਿਪੈਂਡੈਂਟ ਹੋ ਜਾਂਦੇ ਆ। ਅਗਲਾ ਪਹਿਲੂ ਜੇ ਮੈਨੂੰ 3 ਵਰਗਾਂ ਦੇ ਵਿੱਚ ਵੰਡ ਕੇ ਦੇਖਿਆ ਇਸ ਗੱਲ ਨੂੰ, ਇੱਕ ਤਾਂ ਉਹ ਬੱਚੇ ਆ ਜਿਹੜੇ ਇੱਥੇ ਆਉਂਦੇ ਆ, ਮਿਹਨਤ ਕਰਦੇ ਆ, ਮਾਂ ਬਾਪ ਨੇ ਕਰਜ਼ਾ ਚੱਕ ਕੇ ਕਈ ਵਾਰੀ ਭੇਜਿਆ ਹੁੰਦਾ, ਜਾਂ ਔਖੇ ਹੋ ਕੇ ਸੌਖੇ ਹੋ ਕੇ ਇੱਥੇ ਪਹੁੰਚਾਤਾ ਉਹਨਾਂ ਨੂੰ, ਔਰ ਉਹ ਡਬਲ ਸ਼ਿਫਟਾਂ ਕਰਕੇ ਵੀ ਸਰਵਾਈਵ ਕਰ ਰਹੇ ਆ, ਐਂਡ ਉਹ ਆਪਣੇ ਲਾਈਫ ਦਾ ਕੁਝ ਬਣਾ ਰਹੇ ਆ। ਦੂਸਰੇ ਉਹ ਆ ਜਿਹੜੇ ਇੱਥੇ ਆ ਕੇ ਇੱਕ ਬਹੁਤ ਗਹਿਰੇ ਟਰਾਮਾ ਦੇ ਵਿੱਚੋਂ ਗੁਜ਼ਰਦੇ ਆ,
ਚਾਹੇ ਉਹ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਵੇ, ਚਾਹੇ ਇੰਪਲੋਇਮੈਂਟ ਰਿਲੇਟਡ ਐਕਸਪਲੋਇਟੇਸ਼ਨ ਹੋਵੇ, ਜਾਂ ਹਾਲਾਤ ਇੱਥੋਂ ਦੇ ਇਹੋ ਜਿਹੇ ਕਿ ਤੁਹਾਡਾ ਸਪੋਰਟ ਸਿਸਟਮ ਹੈ ਨਹੀਂ, ਨਵਾਂ ਇੱਕ ਮੌਸਮ, ਨਵਾਂ এনवायरमेंट, ਉਹਦੇ 'ਚ ਕੰਮ ਕਰਨਾ। ਕਿਉਂਕਿ ਉੱਥੇ ਜਦੋਂ ਆਪਾਂ ਦੇਖੀਏ, ਮਾਈ ਬ੍ਰਦਰ ਵੈਂਟ ਟੂ ਦ ਯੂਨੀਵਰਸਿਟੀ ਇਨ ਇੰਡੀਆ, ਪੰਜਾਬ 'ਚ ਉਦੋਂ ਉਹਨਾਂ ਵੇਲਿਆਂ 'ਚ ਤਾਂ ਕਦੇ ਇਹ ਨਹੀਂ ਸੀ ਖਿਆਲ ਆਇਆ ਮੇਰੇ ਬ੍ਰਦਰ ਨੂੰ ਵੀ ਇਹਨੂੰ ਕੰਮ ਕਰਨਾ ਪਊਗਾ। ਯੂਨੀਵਰਸਿਟੀ ਤੱਕ ਤਾਂ ਮਾਂ ਪਿਓ ਟੇਕ ਕੇਅਰ ਕਰ ਰਹੇ ਤੁਹਾਡੀ। ਹੁਣ ਆਪਾਂ ਦੇਖ ਰਹੇ ਹਾਂ ਕਿ ਹਾਈ ਸਕੂਲ ਤੋਂ ਬਾਅਦ ਬੱਚੇ ਇੱਥੇ ਆ ਰਹੇ ਆ 12ਵੀਂ ਤੋਂ ਬਾਅਦ, ਔਰ ਉਹਨਾਂ ਨੂੰ ਸਰਵਾਈਵ ਕਰਨਾ ਪੈਣਾ ਇਸ ਸਿਚੁਏਸ਼ਨ ਦੇ ਵਿੱਚ। ਕਈ ਵਾਰ ਲੈਂਗੁਏਜ ਦੀ ਅੜਚਨ ਆ ਜਾਂਦੀ ਹੈ, ਫਿਰ ਨਵੇਂ ਤੌਰ ਤਰੀਕੇ ਸਿੱਖਣੇ, ਅਤੇ ਇੱਕ ਘਰ ਨੂੰ ਬੰਨਣਾ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਉਹਦੀਆਂ ਜੜ੍ਹਾਂ ਪਕੜ ਮਜ਼ਬੂਤ ਕਰਨੀਆਂ ਔਖਾ ਕੰਮ ਹੈ। ਔਰ ਉਹਦੇ 'ਚ ਕਿਤੇ ਨਾ ਕਿਤੇ ਕਸੂਰਵਾਰ ਆਪਣੀ ਕਮਿਊਨਿਟੀ ਵੀ ਹੈਗੀ ਹੈ। ਆਪਣਿਆਂ ਨੂੰ ਖਾ ਰਹੇ ਕਈ ਵਾਰ, ਔਰ ਇਹ ਗੱਲਾਂ ਆਮ ਸਾਹਮਣੇ ਆਉਂਦੀਆਂ। ਇਹ 'ਚ ਕੋਈ ਮੈਂ ਕਿਉਂਕਿ ਆਪਾਂ ਖੁੱਲ੍ਹੀਆਂ ਗੱਲਾਂ ਕਰਨੀਆਂ ਤਾਂ ਕਿ ਜੋ ਮਾਂ-ਬਾਪ ਇੱਥੇ ਭੇਜ ਰਹੇ ਬੱਚਿਆਂ ਨੂੰ ਪਤਾ ਲੱਗੇ। ਬਹੁਤ ਸਾਰੇ ਗੁਰਦੁਆਰਾ ਕਮੇਟੀਜ਼ ਜਿਹੜੀਆਂ ਹੈਗੀਆਂ ਜਾਂ ਹੋਰ ਆਰਗੇਨਾਈਜੇਸ਼ਨਸ ਬਹੁਤ ਸਪੋਰਟ ਵੀ ਕਰ ਰਹੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ। ਪਰ ਜੇ ਆਪਾਂ ਓਵਰਆਲ ਦੇਖੀਏ, ਜਦੋਂ ਬੱਚੇ ਸਾਡੇ ਨਾਲ ਗੱਲਾਂ ਕਰਦੇ ਆ ਕੇ, ਉਹ ਕਹਿੰਦੇ ਕਿ ਮੇਰੀ ਪੇ ਮਾਰ ਲਈ ਇਹਨੇ, ਜੇ $16 ਮਿਨੀਮਮ ਪੇ ਹੈ ਜਾਂ 15-75 ਜਿੰਨੀ ਵੀ ਹੈਗੀ ਹੈ, ਸਾਨੂੰ $10 ਤੇ ਕੰਮ ਕਰਵਾ ਰਹੇ ਹੈ, ਜਾਂ ਕਹਿੰਦੇ ਕਿ ਕੰਮ ਕਰਵਾ ਕੇ ਪੈਸੇ ਨਹੀਂ ਦਿੱਤੇ। ਸੋ ਇਹ ਚੀਜ਼ਾਂ ਕਰ ਕੌਣ ਰਿਹਾ? ਸੋ ਇਹ ਐਕਸਪਲੋਇਟੇਸ਼ਨ ਦੇ ਨਾਮ 'ਤੇ ਜੋ ਧੱਕਾ ਹੋ ਰਿਹਾ ਬੱਚਿਆਂ ਨਾਲ ਆਪਣੇ ਇੰਪਲੋਇਮੈਂਟ ਦੇ ਨਾਮ 'ਤੇ, ਇਹਦਾ ਗਹਿਰਾ ਅਸਰ ਜਿਹੜਾ ਉਹਨਾਂ 'ਤੇ ਹੁੰਦਾ ਜੀ। ਪਰ ਇਹ ਸਾਰੇ ਬੋਝ ਦੇ ਵਿੱਚ ਜੇ ਮੈਂ ਇੱਕ ਵਰਡ ਨਸ਼ਾ, ਡਰੱਗਸ ਨੂੰ ਲੈ ਕੇ ਆਉਣੀ ਆ, ਇਹਦੀ ਥਾਂ ਕਿੱਥੇ ਬਣਦੀ, ਇਹਦਾ ਰਸਤਾ ਕਿੱਥੇ ਬਣਦਾ? ਕੀ ਅਸੀਂ ਇਹਨੂੰ ਜਸਟੀਫਾਈ ਕਰ ਦਿੰਦੇ ਹਾਂ ਕਹਿ ਕੇ ਵੀ ਕੱਲਾਪਨ ਹੈਗਾ, ਇਹਨਾਂ ਨੇ ਮਾੜਾ ਹੋ ਰਿਹਾ ਤੇ ਫਿਰ ਇਹ ਨਸ਼ੇ ਵਾਲੇ ਪਾਸੇ ਜਾਣੇ? ਕਿ ਇੰਨਾ ਹੀ ਸੌਖਾ ਲੌਜੀਕਲ ਆਨਸਰ ਹੈਗਾ? ਨਹੀਂ ਜੀ, ਅਗੇਨ ਇਟਸ ਅ ਵੈਰੀ ਕੰਪਲੈਕਸ ਇਸ਼ੂ, ਇਟਸ ਅ ਸੋਸ਼ਲ ਇਸ਼ੂ। ਜਿਹੜੀ ਆਪਾਂ ਟਰਾਮਾ ਦੀ ਗੱਲ ਕਰਦੇ ਸੀ, ਉਹਦੇ 'ਚ ਕਈ ਚੀਜ਼ਾਂ ਨਿਕਲਦੀਆਂ। ਜਿਵੇਂ ਮੈਂ ਹਮੇਸ਼ਾ ਕਹਿੰਦਾ ਕਿ ਹੈਪੀ ਹੈਲਥੀ ਚਾਈਲਡ ਨੈਵਰ ਗੋਜ਼ ਟੂਵਰਡਸ ਡਰੱਗਸ ਔਰ ਗੈਂਗਸ। ਜਿਹੜੇ ਬੱਚੇ ਦਾ ਸੈਲਫ ਅਸਟੀਮ ਉੱਚਾ ਹੈ, ਜਿਹਦੇ ਸੁਪਨੇ ਵਧੀਆ ਜਾਂ ਉਹਦੀ ਪਰਵਰਿਸ਼ ਵਧੀਆ ਹੋਈ, ਉਹਨੂੰ এনवायरमेंट ਵਧੀਆ ਸਪੋਰਟਿਵ এনवायरमेंट ਮਿਲ ਰਿਹਾ, ਇਕੱਲੇ ਘਰ ਤੋਂ ਨਹੀਂ ਕਮਿਊਨਿਟੀ ਤੋਂ ਵੀ, ਉਹ ਬੱਚਾ ਉੱਧਰ ਨੂੰ ਜਾਊਗਾ ਹੀ ਨਹੀਂ। ਉਹਦੀਆਂ ਨੀਡਸ ਜਿਹੜੀਆਂ ਸੋਸ਼ਲ ਨੀਡਸ ਉਹ ਪੂਰੀਆਂ ਹੋ ਰਹੀਆਂ। ਪਰ ਜੇ ਆਪਾਂ ਦੇਖੀਏ ਜਿਹੜੇ ਲੋਕਾਂ ਦੀ ਆਪਾਂ ਗੱਲ ਕਰ ਰਹੇ ਕਿਉਂ ਜਾਂਦੇ ਇੱਧਰ ਨੂੰ, ਤੁਸੀਂ ਇੱਥੇ ਲੈਂਡ ਕੀਤੇ, ਬੇਸਮੈਂਟ ਦੀ ਚਾਬੀ ਫੜੀ, ਅਤੇ ਤੁਹਾਡੇ ਕੋਲ ਕੋਈ ਬਿਸਤਰਾ ਨਹੀਂ, ਤੁਹਾਨੂੰ ਨਵੇਂ ਸਿਰੋਂ ਸਾਰਾ ਕੁਝ ਬੰਨਣਾ ਪੈਣਾ। ਇੱਕਦਮ ਤੁਸੀਂ ਇੱਕ ਬਚਪਨ ਦੇ ਮੋੜ 'ਚੋਂ ਨਿਕਲ ਕੇ, ਜਵਾਨੀ ਦੇ ਮੋੜ 'ਚੋਂ ਨਿਕਲ ਕੇ ਜ਼ਿੰਮੇਵਾਰੀ ਦੇ ਮੋੜ 'ਚ ਆ ਜਾਂਦੇ ਆ। ਸੋ ਉਹਦਾ ਭਾਰ ਜਿਹੜਾ ਮੋਢਿਆਂ 'ਤੇ ਚੱਕਣਾ, ਇਟ ਕਾਜ਼ਜ਼ ਲੋਟ ਆਫ ਸਟ੍ਰੈਸ। ਉਸ ਤੋਂ ਬਾਅਦ ਤੁਸੀਂ ਕੰਮ 'ਤੇ ਜਾਂਦੇ ਆ, ਤੁਹਾਡੀ ਪੇ ਮਾਰੀ ਗਈ, ਜਾਂ ਤੁਹਾਨੂੰ ਐਕਸਟੈਂਡਡ ਆਵਰਸ ਕੰਮ ਕਰਵਾਇਆ ਗਿਆ, ਐਡੀਸ਼ਨਲ ਬੋਝ ਹੋ ਗਿਆ। ਯਾਰ ਦੋਸਤ ਹੈ ਨਹੀਂ ਇੱਥੇ ਕੋਈ, ਔਰ ਜੋ ਮਿਲਣੇ ਇਹ ਨਹੀਂ ਪਤਾ ਵੀ ਚੰਗੇ ਪਾਸੇ ਲਾਉਣਗੇ ਕਿ ਮਾੜੇ ਪਾਸੇ ਲਿਆਉਣਗੇ। ਸੋ ਜਦੋਂ ਤੁਸੀਂ ਫਾਈਨੈਂਸ਼ੀਅਲ ਤੁਹਾਡੇ 'ਤੇ ਬਰਡਨ ਹੋ ਗਿਆ, ਮੈਂਟਲ ਸਟ੍ਰੈਸ ਹੋ ਗਿਆ, ਉਹ ਤੁਸੀਂ ਇੱਕ ਵਲਨਰੇਬਲ ਸਟੇਟ ਦੇ ਵਿੱਚ ਆ ਜਾਂਦੇ ਆ। ਔਰ ਉਹਨੂੰ ਐਕਸਪਲੋਇਟ ਕਰਨ ਲਈ ਇੱਥੋਂ ਦੇ ਜਿਹੜੇ ਲੋਕਲ ਗੈਂਗਸਟਰ ਹੈਗੇ ਆ ਜਾਂ ਡਰੱਗ ਟ੍ਰੈਫਿਕਰ ਹੈਗੇ ਆ, ਤਸਕਰੀ ਜਿਹੜੇ ਕਰਦੇ ਆ, ਉਹ ਆਈਡੈਂਟੀਫਾਈ ਕਰ ਲੈਂਦੇ ਆ। ਉਹ ਮੈਂ ਐਗਜ਼ੈਕਟਲੀ ਤੁਹਾਨੂੰ ਇਹੀ ਪੁੱਛਣਾ ਚਾਹੁੰਦੀ ਹਾਂ ਵੀ ਕੀ ਇਹਨਾਂ ਦੀ ਨਜ਼ਰ ਹੁੰਦੀ ਹੈ? ਕਿੱਦਾਂ ਇਹ ਹਿਸਾਬ ਇੱਕ ਮੈਂ ਆਪ ਵੀ ਸਮਝਣਾ ਚਾਹੁੰਦੀ ਹਾਂ, ਪੰਜਾਬ 'ਚ ਬੈਠੇ ਲੋਕੀ ਵੀ ਸਮਝਣਾ ਚਾਹੁੰਦੇ ਆ, ਬਾਕੀ ਜਿਹੜੇ ਸਾਰੇ ਡਿਜੀਟਲ ਸਾਥ ਨੂੰ ਵੇਖ ਰਹੇ ਸਮਝਣਾ ਚਾਹੁੰਦੇ ਆ ਵੀ ਇਹਨਾਂ ਦੀ ਪੈਣੀ ਨਜ਼ਰ ਜਿਹੜੀ ਆ ਇਹ ਬੱਚਿਆਂ 'ਤੇ, ਇਹ ਪੰਜਾਬ ਦੇ ਇੰਟਰਨੈਸ਼ਨਲ ਸਟੂਡੈਂਟਸ 'ਤੇ ਕਿੱਦਾਂ ਪੈਂਦੀ ਹੈ? ਕੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਇਸ ਵੇਲੇ ਪੈਸੇ ਦੀ ਲੋੜ ਹੈ, ਜਾਂ ਇਸ ਵੇਲੇ ਇਹਦੇ ਹਾਲਾਤ ਕੋਈ ਇੰਨੇ ਵਧੀਆ ਨਹੀਂ ਹੈਗੇ, ਜੇ ਅਸੀਂ ਇਹਨੂੰ ਕੰਟੈਕਟ ਕਰਦੇ ਹਾਂ ਜਾਂ ਸਾਡੇ ਨਾਲ ਸ਼ਾਮਿਲ ਹੁੰਦਾ, ਇਹਦਾ ਆਪਦਾ ਵੀ ਫਾਇਦਾ ਹੋਊਗਾ, ਸਾਡਾ ਤਾਂ ਭਰਪੂਰ ਫਾਇਦਾ ਹੋਣਾ ਹੀ ਹੋਣਾ। ਇੱਕ ਤਾਂ ਇਹ ਇਕੱਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਟਾਰਗੇਟ ਨਹੀਂ ਕਰਦੇ, ਇਹ ਜਿੰਨੇ ਵੀ ਜਿਹੜੇ ਹੈਗੇ ਆ ਵਰਗ ਹੈਗੇ, ਜਿਹੜੇ ਕਮਜ਼ੋਰ ਮਾਨਸਿਕਤਾ ਹੋ ਜਾਂਦੀ ਉਹਨਾਂ ਦੀ, ਉਹਨਾਂ ਨੂੰ ਟਾਰਗੇਟ ਕਰਦੇ ਆ। ਔਰ ਦੇ ਹੈਵ ਅ ਵੈਰੀ ਇਲੈਬੋਰੇਟ ਰਿਕਰੂਟਿੰਗ ਜਿਹੜੀ ਡਰਾਈਵ ਕਹਿ ਲਓ ਸਕੀਮ। ਦੇਖਿਆ ਕਿ ਇੱਕ ਨੂੰ ਅਸੀਂ ਹਾਇਰ ਕਰ ਲਿਆ, ਉਹਦੀ ਜ਼ਿੰਮੇਵਾਰੀ ਲਾ ਦੇਣੀ ਹੁਣ ਵੀ ਤੇਰੇ ਨੈਟਵਰਕ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਦੱਸ ਜਿਹਨੂੰ ਪੈਸੇ ਦੀ ਲੋੜ ਹੈ ਜਾਂ ਭੁੱਖ ਹੈ, ਜਾਂ ਜਿਹਨੂੰ ਮੈਂਟਲ ਸਟ੍ਰੈਸ ਹੈਗਾ, ਜਿਹਦੀ ਕੋਈ ਸਪੋਰਟ ਸਿਸਟਮ ਹੈ ਨਹੀਂ। ਫਿਰ ਉਹ ਜਿਵੇਂ ਆਪਾਂ ਅੱਗੇ ਗੱਲ ਕਰਦੇ ਆਪਣੇ ਹੀ ਆਪਣਿਆਂ ਨੂੰ ਖਾਂਦੇ। ਸੋ ਜਿਹਦੀ ਤੁਸੀਂ ਸਪੋਰਟ ਭਾਲਦੇ ਆ, ਕਈ ਵਾਰ ਤੁਹਾਨੂੰ ਉਹੀ ਪੁੱਠੇ ਪਾਸੇ ਲਾ ਦਿੰਦੇ ਆ। ਇੱਕ ਉਹ ਵਰਗ ਆ ਜਿਹੜਾ ਉੱਥੋਂ ਡਰੱਗ ਕਰਦਾ ਹੋਇਆ ਇੱਥੇ ਆਇਆ, ਉੱਥੋਂ ਤੋਂ ਪੰਜਾਬ ਤੋਂ ਇੱਥੇ ਤੱਕ। ਸੋ ਉੱਥੇ ਕਈ ਵਾਰ ਹੁੰਦਾ, ਸਾਡੇ ਵੇਲੇ 'ਚ ਕਹਿ ਦਿੰਦੇ ਸੀ ਵੀ ਚੱਲ ਪੁੱਠੇ ਪਾਸੇ ਪਿਆ ਤਾਂ ਵਿਆਹ ਕਰ ਦਿਓ ਇਹਦਾ, ਬਿਲਕੁਲ ਸਹੀ ਹੈ ਨਾ, ਸੁਧਰ ਜੂਗਾ, ਕਿਸੇ ਦੀ ਕੁੜੀ ਦਾ ਘਰ ਖਰਾਬ ਕਰੋ ਪਰ ਚਲੋ ਇਹਦਾ ਸੁਧਰ ਜੂਗਾ। ਹੁਣ ਇਹ ਹੈਗਾ ਕਿ ਇਹਨੂੰ ਬਾਹਰ ਭੇਜ ਦਿਓ, ਇੱਥੋਂ ਕੱਢੋ, ਹਾਂਜੀ, ਉਹਦਾ এনवायरमेंट ਤੋੜ ਕੇ ਉਹਨੂੰ ਬਾਹਰ ਭੇਜ ਦਿਓ। এনवायरमेंट ਚੇਂਜ ਹੋਊਗਾ, ਨਵੀਂ ਕੰਟਰੀ ਜਾਊਗਾ, ਕੁਛ ਸਿੱਖੂਗਾ, ਮਾਨਸਿਕਤਾ ਚੇਂਜ ਹੋ ਜਾਊਗੀ। ਪਰ ਉਹ ਹੁੰਦਾ ਕੀ ਹੈ ਕਿ ਉੱਥੋਂ ਕਈ ਇਹੋ ਜਿਹੇ ਕੇਸ ਆ ਜਿਹੜੇ ਉੱਥੋਂ ਰੀਹੈਬ ਥਰੂ ਹੋ ਕੇ, ਕਲੀਨ ਅਪ ਹੋ ਕੇ ਇੱਥੇ ਆਏ ਹੈਗੇ ਆ, ਪਰ ਝੁਕਾਅ ਥੋੜ੍ਹਾ ਮੋਟਾ ਹਜੇ ਵੀ ਸੀ ਉੱਧਰ ਨੂੰ। ਦੇ ਆਰ ਈਵਨ ਮੋਰ ਪ੍ਰੋਨ ਟੂ ਫਾਲ ਇਨਟੂ ਦਿਸ ਕਾਈਂਡ ਆਫ ਸਿਸਟਮ।
ਇਹ ਨਸ਼ੇ ਇੰਨੇ ਸੌਖੇ ਬਿਕਾਜ਼ ਤੁਸੀਂ ਪੁਲਿਸ ਤੋਂ ਆਉਂਦੇ ਹੋ, ਤੁਹਾਨੂੰ ਪਤਾ ਵੀ ਇਹ ਇੰਨੇ ਸੌਖੇ ਇਹਨਾਂ ਨੂੰ ਮਿਲ ਜਾਂਦੇ ਨੇ, ਮੁਹੱਈਆ ਕਰਾ ਦਿੱਤੇ ਜਾਂਦੇ ਨੇ। ਇਜ਼ ਇਟ ਲਾਈਕ ਸਰਵ ਟੂ them ਕਿ ਵੀ ਤੁਸੀਂ ਆ ਨਸ਼ੇ ਲੈ ਲਓ? ਕਿਉਂਕਿ ਓਵਰਡੋਜ਼ ਦੀ ਗੱਲ ਕਰ ਰਹੇ, ਕਹਿਣ ਦਾ ਮਤਲਬ ਵੀ ਮਾਤਰਾ ਜ਼ਿਆਦਾ ਹੋਗੀ, ਕਿਤੇ ਨਾ ਕਿਤੇ ਜ਼ਿਆਦਾ ਲੈਣ ਲੱਗ ਗਏ। ਇੰਨਾ ਸੌਖਾ ਅਵੇਲੇਬਲ ਹੈ ਇੱਥੇ ਸਰੀ ਚ ਆਪਾਂ ਗੱਲ ਕਰ ਰਹੇ ਹਾਂ ਦੇਖੋ ਆਲ ਓਵਰ ਕੈਨੇਡਾ। ਔਰ ਮੈਂ ਜਦੋਂ ਗੱਲ ਕਰਦਾ ਸੀ ਕਿ ਹਰੇਕ ਨੂੰ ਰਿਕਰੂਟ ਕਰਦੇ, ਉਹਦਾ ਰੀਜ਼ਨ ਹੈ ਮੇਰੇ ਕਹਿਣ ਦਾ, ਕਿਉਂਕਿ ਮੈਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟਿਗਮੈਟਾਈਜ਼ ਨਹੀਂ ਕਰਨਾ ਚਾਹੁੰਦਾ। ਈਵਨ ਦੋ ਆਪਾਂ ਗੱਲ ਇੰਟਰਨੈਸ਼ਨਲ ਸਟੂਡੈਂਟਸ ਦੀ ਕਰ ਰਹੇ ਹਾਂ, ਪਰ ਆਈ ਵਾਂਟ ਪੀਪਲ ਟੂ ਬੀ ਅਵੇਅਰ ਕਿ ਇਹ ਨਾ ਹੋਵੇ ਕਿ ਆਪਣੀ ਗੱਲਬਾਤ ਦੇ ਕਾਰਨ ਆਪਾਂ ਉਹਨਾਂ ਨੂੰ ਟਾਰਗੇਟ ਹੋਣਾ ਸ਼ੁਰੂ ਹੋ ਜਾਏ ਕਿ ਵੀ ਇਹ ਸਾਰੇ। ਸੋ ਦੈਟਸ ਮਾਈ ਰੀਜ਼ਨ ਫॉर ਸੇਇੰਗ ਸਾਰੇ ਟਾਰਗੇਟ ਹੁੰਦੇ ਗਰੁੱਪ ਜਿਹੜੇ ਹੈਗੇ, ਪਰ ਉਹਨਾਂ ਗਰੁੱਪਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਾਰਟਿਕੂਲਰਲੀ ਕਿਵੇਂ ਟਾਰਗੇਟ ਕੀਤਾ ਜਾਂਦਾ, ਜਿਵੇਂ ਕਿ ਆਪਾਂ ਦੇਖਿਆ ਪਰਸਨਲ ਨੈਟਵਰਕਿੰਗ ਥਰੂ ਸੋਸ਼ਲ ਮੀਡੀਆ, ਜਾਂ ਕਿਸੇ ਦੀ ਲੋੜ ਦੇਖੀ ਵੀ ਇਹਦੀ ਇਹ ਲੋੜ ਹੈ, ਫਿਰ ਉਹਨੂੰ ਡਰੱਗ 'ਚ ਪਹਿਲਾਂ ਪਾਤਾ ਵੀ ਤੂੰ ਪਹਿਲਾਂ ਥੋੜ੍ਹੀ ਜਿਹੀ ਖਾ, ਥੋੜ੍ਹੀ ਫ੍ਰੀ ਦਿੱਤੀ, ਫਿਰ ਉਹਨੂੰ ਯੂਜ਼ ਟੂ ਕਰਤਾ ਨਾ, ਉਹਦੀ ਉਹ ਡਰੱਗ ਲੋੜ ਬਣ ਗਈ, ਫਿਰ ਉਹ ਤੁਹਾਡੇ ਲਈ ਫ੍ਰੀ ਕੰਮ ਵੀ ਕਰੂ, ਸਾਰਾ ਕੁਝ ਕਰੂ ਆਪਣੀ ਲੋੜ ਨੂੰ ਪੂਰੀ ਕਰਨ ਲਈ। ਤੁਸੀਂ ਗੱਲ ਕੀਤੀ ਕਿ ਓਵਰਡੋਜ਼ ਕਿਉਂ ਹੋ ਰਹੀ ਹੈ, ਇੱਥੇ ਜਿਹੜੀ ਫੈਂਟਨਲ ਨਾਮ ਦੀ ਇੱਕ ਡਰੱਗ ਹੈਗੀ ਹੈ, ਉਹ ਕਾਫੀ ਇੰਪੋਰਟ ਹੋ ਰਹੀ ਹੈ, ਬਾਹਰੋਂ ਆ ਰਹੀ ਹੈ, ਔਰ ਉਹ ਇੱਕ ਸਸਤੀ ਡਰੱਗ ਕਹਿ ਲਓ, ਅਤੇ ਉਹਦੀ ਜਿਹੜੀ ਪੋਟੈਂਸੀ ਹੈਗੀ ਹੈ ਕਾਫੀ ਹਾਈ ਹੈ ਉਹਦੀ ਮਾਤਰਾ, ਅਤੇ ਉਹ ਇੰਨਾ ਕਿ ਜੇ ਚੌਲ ਦੇ ਦਾਣੇ ਜਿੰਨੀ ਵੀ ਤੁਸੀਂ ਜੇ ਕਿਤੇ ਪਿਓਰ ਫਾਰਮ 'ਚ ਖਾ ਲਈ, ਇਟਸ ਅ ਪ੍ਰੈਟੀ ਗੁੱਡ ਚਾਂਸ ਤੁਸੀਂ ਓਵਰਡੋਜ਼ ਹੋ ਜਾਣਾ। ਈਵਨ ਪੁਲਿਸ ਜਦੋਂ ਸਰਚ ਵਾਰੰਟ ਵੀ ਕਰਦੀ ਹੈ, ਵੀ ਹੈਵ ਟੂ ਵੇਅਰ ਪ੍ਰੋਟੈਕਟਿਵ ਗੀਅਰ ਟੂ ਸਰਚ ਵਾਰੰਟ ਲਈ ਵੀ। ਸੋ ਇਹ ਕਾਫੀ ਚੱਲ ਰਿਹਾ। ਉਹਦੀ ਮਿਲਾਵਟ ਜਿਹੜੀ ਹੈਗੀ ਉਹ ਹਰ ਇੱਕ ਡਰੱਗਸ ਦੇ ਵਿੱਚ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜੇ ਇਹ ਤਸਕਰੀ ਕਰਦੇ ਉਹਨਾਂ ਨੇ ਆਪਣਾ ਪ੍ਰੋਫਿਟ ਮਾਰਜਨ ਵਧਾਉਣਾ ਹੁੰਦਾ। ਜੇ ਆਪਾਂ ਅਫੀਮ ਦੀ ਗੱਲ ਕਰੀਏ, ਅਫੀਮ ਜੇ ਹੁਣ ਤੁਸੀਂ ਪਿਓਰ ਫਾਰਮ 'ਚ ਇੱਥੇ ਇੰਪੋਰਟ ਕਰਕੇ ਵੇਚਦੇ ਆ, ਤੁਹਾਡਾ ਪ੍ਰੋਫਿਟ ਮਾਰਜਨ ਘਟੂਗਾ। ਜੇ ਤੁਸੀਂ ਉਸੇ ਅਫੀਮ ਨੂੰ ਮਿਲਾਵਟ ਕਰਕੇ ਫੈਂਟਨਲ ਜਾ ਕੇ ਪਾ ਦਿਓ ਉਹਦੇ 'ਚ, ਕਿ ਲੱਗੇ ਕਿ ਨਸ਼ਾ ਓਨਾ ਹੀ ਹੋਇਆ, ਪਰ ਅਸਲੀ ਜਿਹੜੀ ਪਿਓਰ ਫਾਰਮ ਘੱਟ ਸੀ ਉਹਦਾ ਪ੍ਰੋਫਿਟ ਮਾਰਜਨ ਉਹਨਾਂ ਦਾ ਵੱਧ ਜਾਂਦਾ। ਔਰ ਇਹ ਜਿਹੜੇ ਬਣਾਉਣ ਵਾਲੇ ਕੋਈ ਕੈਮਿਸਟ ਨਹੀਂ ਹੈਗੇ, ਇਹ ਫਾਰਮੇਸੀ 'ਚ ਨਹੀਂ ਬਣਾਉਂਦੇ, ਘਰਾਂ 'ਚ ਵੀ ਮਿਕਸ ਕਰੀ ਜਾਂਦੇ ਆ, ਡਿਫਰੈਂਟ ਅੰਡਰਗਰਾਊਂਡ ਲੈਬਸ ਦੇ ਵਿੱਚ ਮਿਕਸ ਹੁੰਦੀ ਚੀਜ਼ ਇਹ। ਸੋ ਕਿਸੇ ਦੀ ਮਾਤਰਾ ਮਾੜੀ ਜਿਹੀ ਵੀ ਵੱਧ ਗਈ, ਮਾੜਾ ਬੈਚ ਆ ਗਿਆ, ਯੂ ਕੈਨ ਸੀ ਲੋਟ ਆਫ ਓਵਰਡੋਜ਼ ਡੈਥਸ। ਜੀ ਪਰ ਸਾਜਨ ਕੀ ਇਹ ਕਹਿਣਾ ਗਲਤ ਹੋਵੇਗਾ ਕਿ ਸਿਰਫ ਕੁੜੀਆਂ ਹੀ, ਮੁੰਡੇ ਹੀ ਨਹੀਂ ਬਲਕਿ ਕੁੜੀਆਂ ਵੀ ਜਿਹੜੀਆਂ ਇਸ ਚੀਜ਼ ਵੱਲ ਜਾਂ ਅਸੀਂ ਕਹਿ ਲਈਏ ਇੰਟਾਈਸ ਹੋ ਜਾਂਦੀਆਂ ਨੇ? ਅਗੇਨ ਯੂ ਬ੍ਰੌਟ ਅਪ ਅ ਵੈਰੀ ਗੁੱਡ ਟੌਪਿਕ ਕਿ ਕੁੜੀਆਂ ਵੀ ਓਨੀਆਂ ਹੀ ਸ਼ਾਮਲ ਹੈ, ਇੰਟਾਈਸ ਨਹੀਂ ਹੁੰਦੀਆਂ, ਐਕਟਿਵਲੀ ਇਨਵੋਲਵਡ ਹੈਗੀਆਂ ਡਰੱਗ ਟ੍ਰੈਫਿਕਿੰਗ ਦੇ ਵਿੱਚ। ਸੋ ਆਪਣੀ ਇੱਕ ਬਹੁਤ ਵੱਡੀ ਅਣਗਹਿਲੀ ਹੋਊਗੀ ਐਜ਼ ਅ ਕਮਿਊਨਿਟੀ ਜੇ ਆਪਾਂ ਸੋਚਾਂਗੇ ਕਿ ਸਾਡੀਆਂ ਕੁੜੀਆਂ ਨਹੀਂ ਇਹ ਕੰਮ ਕਰਦੀਆਂ। ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਡਰੱਗ ਤਸਕਰੀ ਦੇ ਵਿੱਚ ਲੱਗੀਆਂ ਹੋਈਆਂ, ਜਾਂ ਈਵਨ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਣ ਤੋਂ ਬਾਅਦ ਕਈ ਵਾਰੀ ਉਹ ਗਲਤ ਪਾਸੇ ਚਲੇ ਜਾਂਦੀਆਂ, ਉਹਨਾਂ ਨੂੰ ਐਕਸਪਲੋਇਟ ਕਰ ਲਿਆ ਜਾਂਦਾ। ਸੋ ਇਹ ਚੀਜ਼ਾਂ ਕੁੜੀਆਂ ਨਾਲ ਵੀ ਹੋ ਰਹੀਆਂ। ਅਗੇਨ ਇਟ ਕਮਸ ਡਾਊਨ ਟੂ ਥੋੜ੍ਹੇ ਰਾਈਟਸ ਕੀ ਹੈਗੇ ਇੱਥੇ। ਇਹ ਵੀ ਇੱਕ ਪੱਖ ਹੈ ਐਕਸਪਲੋਇਟੇਸ਼ਨ ਦਾ ਕਿ ਕੀ ਇਹਨਾਂ ਸਟੂਡੈਂਟਸ ਨੂੰ ਉਹਨਾਂ ਦੇ ਰਾਈਟਸ ਪਤਾ। ਕਈ ਵਾਰੀ ਇਹੋ ਜਿਹੀਆਂ ਕੰਪਲੇਂਟ ਸਾਹਮਣੇ ਆਈਆਂ ਕਿ ਸਾਨੂੰ ਜੀ ਸਾਡੇ ਜਿਹੜਾ ਇੰਪਲੋਇਰ ਸੀ ਉਹਨੇ ਕਿਹਾ ਕਿ ਜੇ ਤੁਸੀਂ ਕਿਸੇ ਨੂੰ ਜਾ ਕੇ ਦੱਸਿਆ ਕਿ ਮੈਂ ਤੁਹਾਡੇ ਨਾਲ ਸਰੀਰਕ ਸ਼ੋਸ਼ਣ ਤੁਹਾਡਾ ਕੀਤਾ ਹੈ ਅਤੇ ਤੁਹਾਨੂੰ ਮੈਂ ਡੈਥ ਕਰਵਾ ਦੂੰਗਾ। ਸੋ ਨਹੀਂ, ਨੋਬਡੀ ਕੈਨ ਡੂ ਦੈਟ ਟੂ ਯੂ, ਹੈ ਨਾ। ਯੂ ਆਰ ਪ੍ਰੋਟੈਕਟਡ ਲਾਈਕ ਐਨੀਬਡੀ ਐਲਸ ਇਨ ਕੈਨੇਡਾ। ਸੋ ਇਹ ਚੀਜ਼ਾਂ ਦੱਸਣੀਆਂ ਬਹੁਤ ਜ਼ਰੂਰੀ ਹੈ। ਪਰ ਕਰਜ਼ਾ ਚੱਕ ਕੇ 70,000 ਦੀ ਗੱਡੀ ਲੈਣੀ, ਅਗੇਨ ਆਮ ਨਾਟ ਅ ਸੋਸ਼ਲ ਪੁਲਿਸ, ਪਰ ਇਹ ਗੱਲਾਂ ਐਜ਼ ਅ ਕਮਿਊਨਿਟੀ ਮੈਂਬਰ ਕਹਿਣੀਆਂ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਨਵੇਂ ਆਏ ਬੱਚੇ ਦੀ ਇੱਥੇ ਲੋੜ ਕੀ ਹੈ ਅਤੇ ਖੁਆਇਸ਼ਾਂ ਕੀ ਹੈ, ਉਹਨਾਂ 'ਚ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ। ਕਿਸੇ ਵੀ ਬੱਚੇ ਨੂੰ ਤੁਸੀਂ ਕਾਰ ਦੇ ਕੇ ਖੁਸ਼ ਨਹੀਂ ਕਰ ਸਕਦੇ, ਬਿਲਕੁਲ ਰਾਈਟ। ਸੋ ਮੇਰੀ ਆਪਣੀ ਨੀਸ ਇੱਥੋਂ ਦੇ ਹਾਈ ਸਕੂਲ 'ਚ ਪੜ੍ਹ ਕੇ ਯੂਨੀਵਰਸਿਟੀ ਤੱਕ ਉਹਨੂੰ ਅਸੀਂ ਪੁਰਾਣੀ ਕਾਰ ਵੀ ਨਹੀਂ ਲੈ ਕੇ ਦਿੱਤੀ। ਸੋ ਵਾਈ ਐਨੀਬਡੀ ਨੀਡਸ ਅ ਕਾਰ ਰਾਈਟ ਅਵੇ। ਹੁਣ ਇਹ ਗੱਲ ਮੈਨੂੰ ਪਤਾ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸ਼ਾਇਦ ਚੰਗੀ ਨਾ ਲੱਗੇ, ਮੈਂ ਉਹਨਾਂ ਦੇ ਸੁਪਨਿਆਂ ਦੇ ਅਗੇਂਸਟ ਨਹੀਂ ਹੈਗਾ, ਪਰ ਮੈਂ ਉਹਨਾਂ ਨੂੰ ਐਕਸਪਲੋਇਟੇਸ਼ਨ ਤੋਂ ਬਚਾਉਣਾ ਚਾਹੁੰਦਾ। ਹੁਣ ਜਿਹੜੀਆਂ ਬੋਡੀਜ਼ ਵਾਪਸ ਜਾ ਰਹੀਆਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ, ਉੱਥੇ ਮੀਡੀਆ ਵਾਲੇ ਜਦੋਂ ਉਹਨਾਂ ਦੇ ਘਰ ਜਾਂਦੇ ਨੇ, ਬਹੁਤ ਵੱਡੀ ਟ੍ਰੈਜਡੀ ਉਸ ਫੈਮਿਲੀ ਦੇ ਨਾਲ ਹੋਈ ਹੁੰਦੀ ਹੈ, ਉਹਦੇ ਬਿਆਨ ਵੀ ਨਹੀਂ ਕਰ ਸਕਦੇ, ਉਹ ਲਫ਼ਜ਼ਾਂ 'ਚ ਅਸੀਂ ਦੱਸ ਨਹੀਂ ਸਕਦੇ, ਜਿਹੜੇ ਮਾਪਿਆਂ ਨੇ ਆਪਣੇ ਬੱਚੇ ਜਿਹੜੇ ਗਵਾ ਜਿਹੜੇ ਇੱਥੇ ਆ ਕੇ। ਪਰ ਜਦੋਂ ਵਾਪਸ ਗੱਲ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਇਹ ਗੱਲ ਉੱਥੇ ਵੀ ਉਹਦੇ 'ਤੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉੱਥੇ ਐਕਚੁਅਲੀ ਹੋਇਆ ਕੀ। ਦੇਖੋ, ਬਹੁਤ ਜ਼ਰੂਰਤ ਹੈ ਕਿ ਇੱਕ ਤਾਂ ਉਹਨਾਂ ਮਾਂ-ਬਾਪ ਨੂੰ ਸਪੋਰਟ ਕਰਨ ਦੀ, ਕਿਉਂਕਿ ਅਕਸਰ ਕੀ ਹੁੰਦਾ ਕਿ ਜੇ ਕਿਸੇ ਦਾ ਬੱਚਾ ਭਟਕ ਜਾਂਦਾ, ਈਵਨ ਇੱਥੇ ਵੀ ਗੈਂਗਸ ਦੇ ਵਿੱਚ ਮਾਰਿਆ ਜਾਂਦਾ, ਇਮੀਡੀਏਟਲੀ ਕਮਿਊਨਿਟੀ ਬਲੇਮ ਗੇਮ ਸ਼ੁਰੂ ਕਰ ਦਿੰਦੀ ਹੈ। ਉਹ ਬਲੇਮ ਦਾ ਮਤਲਬ ਕਿ ਜਾਂ ਪੁਲਿਸ ਨੇ ਕੁਛ ਨਹੀਂ ਕੀਤਾ, ਜਾਂ ਉਹ ਮਾਪਿਆਂ ਨੇ ਬੱਚੇ ਗਲਤ ਪਾਲੇ। ਕੋਈ ਮਾਪਾ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਜਿਹੜੇ ਉਹ
ਵਿਗੜ ਜਾਣ ਬਿਲਕੁਲ ਜਾਂ ਮਾਰੇ ਜਾਣ। ਸੋ ਫਰਸਟ ਥਿੰਗ ਇਜ਼ ਯੈਸ ਇਟਸ ਸੁਪਰ ਇੰਪੋਰਟੈਂਟ ਕਿ ਉਹ ਖੁੱਲ੍ਹ ਕੇ ਆਪਣੀ ਗੱਲ ਕਰਨ, ਖੁੱਲ੍ਹ ਕੇ ਆਪਣੀ ਜਿਹੜੀ ਪੀੜ ਆ ਉਹ ਸ਼ੇਅਰ ਜ਼ਰੂਰ ਕਰਨ ਤਾਂ ਕਿ ਹੋਰ ਬੱਚੇ ਬਚ ਸਕਣ, ਔਰ ਉਹ ਕਰਨ ਦੇ ਨਾਲ ਉਹਨਾਂ ਨੂੰ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ। ਦੂਸਰਾ ਇਹਦਾ ਪੱਖ ਹੈਗਾ ਕਿ ਜੋ ਇੱਥੇ ਵੀ ਦੇਖਦੇ ਹਾਂ ਆਪਾਂ, ਜਦੋਂ ਕਿਸੇ ਦਾ ਕੋਈ ਬੱਚਾ ਗੈਂਗਸ ਦੇ ਵਿੱਚ ਮਾਰਿਆ ਜਾਂਦਾ, ਅਕਸਰ ਜਿਹੜੇ ਪੇਰੈਂਟਸ ਆ ਉਹ ਚੁੱਪ ਕਰ ਜਾਂਦੇ ਆ ਬਿਲਕੁਲ ਕਿ ਤੁਸੀਂ ਗੱਲ ਕੀਤੀ ਨਾ ਕਿ ਜਿਹੜੇ ਬੱਚੇ ਇੱਥੇ ਆਏ ਇੱਕ ਚੰਗਾ ਸੁਪਨਾ ਲੈ ਕੇ, ਉਹਨਾਂ ਦੀਆਂ ਡੈੱਡ ਬੋਡੀਜ਼ ਵਾਪਸ ਜਾ ਰਹੀਆਂ। ਹੁਣ ਤੁਸੀਂ ਉਦੋਂ ਪਿਛਲੀ ਪੀੜ੍ਹੀ ਦੀ ਗੱਲ ਕਰ ਲਓ, ਜੋ ਸੁਪਨੇ ਲੈ ਕੇ ਇੱਥੇ ਕੈਨੇਡਾ ਦੇ ਵਿੱਚ ਆਏ ਸੀ, ਜਿਨ੍ਹਾਂ ਦੇ ਬੱਚੇ ਇੱਥੇ ਜੰਮੇ, ਉਹਨਾਂ ਨੇ ਬੱਚੇ ਗਵਾ ਲਏ ਆਪਣੇ। ਸੋ ਕਿਤੇ ਨਾ ਕਿਤੇ ਐਜ਼ ਅ ਕਮਿਊਨਿਟੀ ਆਪਾਂ ਆਪਣੇ ਬੱਚੇ ਜਿਹੜੇ ਆ ਆਪਣਾ ਫਿਊਚਰ ਗਵਾ ਰਹੇ ਹਾਂ ਜੀ। ਔਰ ਇਹਦੇ ਲਈ ਜ਼ਰੂਰੀ ਹੈ ਕਿ ਇਕਮੁੱਠ ਹੋ ਕੇ ਆਪਾਂ ਨੂੰ ਕੰਮ ਕਰਨਾ ਪੈਣਾ। ਇਹ ਤੁਹਾਡੇ ਮੇਰੇ ਵਾਲਾ ਫਰਕ ਛੱਡ ਕੇ ਕੰਮ ਕਰਨਾ ਪੈਣਾ। ਵੀ ਆਪਾਂ ਕਹਿੰਦੇ ਕਿ ਉਹ ਪੁਰਾਣੇ, ਇਹ ਨਵੇਂ, ਆਹ ਹੁਣ ਇੰਟਰਨੈਸ਼ਨਲ, ਆਪਾਂ 3 ਵਰਗਾਂ 'ਚ ਵੰਡਤਾ ਇਸ ਚੀਜ਼ ਨੂੰ। ਪਰ ਆਪਣਾ ਪਿਛੋਕੜ ਸਾਰੇ ਭੁੱਲ ਗਏ ਕਿ ਜਦੋਂ ਪਹਿਲੀ ਵਾਰੀ ਜਹਾਜ਼ ਚੜ੍ਹਨਾ ਸੀ, ਸਾਨੂੰ ਕਿਹੜਾ ਕੁਝ ਪਤਾ ਸੀ। ਸੋ ਇੰਸਟੈਡ ਆਫ ਵੀ ਇਹਨਾਂ ਨੂੰ ਆਹ ਨਹੀਂ ਆਉਂਦਾ, ਇਹ ਕਿਉਂ ਨਹੀਂ ਅਸੀਂ ਕੋਈ ਇਹੋ ਜਿਹੇ ਪਲੇਟਫਾਰਮ ਜਿਹੜੇ ਕ੍ਰੀਏਟ ਹੋਰ ਕਰਕੇ, ਜਿਵੇਂ ਤੁਸੀਂ ਗੱਲ ਕੀਤੀ, ਉੱਥੋਂ ਵੀ ਐਜੂਕੇਸ਼ਨ ਹੋਵੇ, ਇੱਥੇ ਆਉਣ ਸਾਰ ਆਪਾਂ ਫਿਰ ਉਹਨਾਂ ਨੂੰ ਹੋਵੇ ਜੀ ਤੇ ਅਵੇਅਰਨੈਸ ਦੇਣ ਦੇ ਨਾਲ ਨਾਲ ਸਪੋਰਟ ਸਿਸਟਮ ਦਈਏ ਕਿ ਜਦੋਂ ਵੀ ਉਹਨਾਂ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ, ਦੇ ਕੈਨ ਰੀਚ ਆਊਟ ਟੂ ਸਮਵਨ। ਪਰ ਜਿੱਦਾਂ ਤੁਸੀਂ ਕਿਹਾ ਵੀ ਪਹਿਲੂ ਜਿਹੜਾ ਹੈ ਦੋਗਲਾਪਨ, ਇਹ ਖਤਮ ਕਰਨ ਦੀ ਲੋੜ ਹੈ। ਜਵਾਬਦੇਹੀ ਨਹੀਂ ਮੈਂ ਮੰਗ ਰਹੀ, ਜਵਾਬਦੇਹੀ ਸਾਨੂੰ ਇਹ ਨਹੀਂ ਪਤਾ ਅਸੀਂ ਕਿਹਨੂੰ ਅਕਾਊਂਟੇਬਲ ਠਹਿਰਾਈਏ, ਪਰ ਕੀ ਕਰ ਸਕਦੇ ਹਾਂ, ਜਿੱਦਾਂ ਤੁਸੀਂ ਰਾਈਟਲੀ ਕਿਹਾ, ਉਹ ਜ਼ਰੂਰਤ ਹੈ ਇਸ ਵੇਲੇ। ਪਰ ਇਹ ਕਹਿ ਦੇਣਾ ਕਿ ਜੀ ਇਮੀਗ੍ਰੇਸ਼ਨ ਹੀ ਬੰਦ ਕਰ ਦਿਓ, ਇਹਨਾਂ ਨੂੰ ਬੁਲਾਉਣਾ ਹੀ ਬੰਦ ਕਰ ਦਿਓ, ਇਹ ਨਾ ਇੱਥੇ ਆਉਣ, ਸਰਕਾਰ ਨੂੰ ਕਹੋ ਇਹ ਨਾ ਆਉਣ, ਮੈਨੂੰ ਲੱਗਦਾ ਇਹ ਕੋਈ ਵਾਜਿਬ ਜਿਹੜਾ ਆ ਸੋਲਿਊਸ਼ਨ ਨਹੀਂ ਰਹਿੰਦਾ। ਬਟ ਜੇ ਆ ਗਏ, ਉਹਨਾਂ ਨੂੰ ਸਪੋਰਟ, ਅਵੇਅਰਨੈਸ ਜਿਹੜੀ ਆ ਉਹ ਦੇਣੀ, ਨਸ਼ਿਆਂ 'ਚ ਖਾਸ ਤੌਰ 'ਤੇ ਉਹ ਇਕੱਲਾਪਨ ਸਰਜੈਂਟ ਉਹ ਨਾ ਮਹਿਸੂਸ ਕਰਨ, ਇਹ ਜੀ ਗੈਂਗਸ 'ਚ ਉਹ ਨਾ ਸ਼ਾਮਿਲ ਹੋਣ, ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਵੀ ਸੌਖੇ ਪੈਸੇ ਕਮਾਈਏ ਤੇ ਫਿਰ ਗਾਂਹ ਲੈ ਲਾਂਗੇ, ਕੋਈ ਨਾ ਫਿਰ ਕਰ ਲਾਂਗੇ। ਆਈ ਥਿੰਕ ਉਹ ਚੀਜ਼ ਜਿਹੜੀ ਜ਼ਰੂਰੀ ਹੈ, ਐਂਡ ਮੁੰਡੇ 'ਚ ਵੀ ਤੇ ਕੁੜੀਆਂ 'ਚ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਦੋਨੇ ਪਾਸੇ ਕਰਨੀ ਪੈਣੀ। ਤੁਸੀਂ ਅਕਾਊਂਟੇਬਿਲਿਟੀ ਦੀ ਗੱਲ ਕਹੀ, ਜਿੰਨਾ ਚਿਰ ਅਸੀਂ ਹੱਥ ਖੜਾ ਕਰਕੇ ਕਹਿਣ ਨੂੰ ਤਿਆਰ ਨਹੀਂ ਨਾ ਕਿ ਜੇ ਸਾਡੀ ਕਮਿਊਨਿਟੀ ਦਾ ਕੋਈ ਇੱਕ ਵੀ ਬੱਚਾ ਮਰਦਾ, ਅਸੀਂ ਰਿਸਪੌਂਸੀਬਲ ਹਾਂ। ਸੋ ਵੀ ਹੈਵ ਟੂ ਸ਼ੇਅਰ ਰਿਸਪੌਂਸਿਬਿਲਿਟੀ, ਕਿਉਂਕਿ ਚੰਗੇ ਇਨਵਾਇਰਨਮੈਂਟ ਦੇ ਵਿੱਚ, ਚੰਗੀ ਸੁਸਾਇਟੀ ਦੇ ਵਿੱਚ, ਚੰਗੀ ਕਮਿਊਨਿਟੀ ਦੇ ਵਿੱਚ ਜੋ ਸਾਰਾ ਕੁਝ ਵਧੀਆ ਜੇ ਆਪਾਂ ਸਿਰਜ ਲਈਏ ਉਹਨੂੰ ਨਵੀਨ ਤਰੀਕੇ ਨਾਲ, ਵਾਈ ਵੁੱਡ ਐਨੀ ਕਿਡ ਵਾਂਟਸ ਟੂ ਗੋ ਇਨਟੂ ਗੈਂਗਸ। ਸੋ ਕਿਤੇ ਨਾ ਕਿਤੇ ਸਾਨੂੰ ਇੱਕ ਇੰਟਰੋਸਪੈਕਸ਼ਨ ਜਿਹੜੀ ਹੈਗੀ ਹੈ ਇਹ ਕਰਨੀ ਪੈਣੀ, ਆਪਣੇ ਅੰਦਰ ਝਾਕਣਾ ਪੈਣਾ ਕਿ ਮੇਰੀ ਕੀ ਕੰਟਰੀਬਿਊਸ਼ਨ ਆ ਟੂ ਹੈਲਪ find solutions rather than being part of the problem.